ਧੰਨ ਵਾਹਿਗੁਰੂ ਸਾਹਿਬ ਜੀਓ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ। ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ। ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ। ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ। ਕਰਨ ਕਾਰਨ ਜੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ। ਕਰਨ ਕਾਰਨ ਜੋਗੋ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਪਿਛਲੇਰੇ ਸਮੇਂ ਤੋਂ ਸਮਝਣ ਦਾ ਯਤਨ ਕਰ ਰਹੇ ਹਾਂ। ਤੇ ਇਸ ਵਿਚਾਰ ਦੇ ਤਹਿਤ 34 ਨੰਬਰ ਪੌੜੀ ਦਾ ਪਾਠ ਆਪਾਂ ਬੜੇ ਅਦਬ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਮਿਹਰਾਮਤ ਕਰਨ ਇਸ ਪਾਵਨ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨੂੰ ਜਦੋਂ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਤੇ ਸਮੁੱਚੀ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਅਕਾਲ ਪੁਰਖ ਪਰਮਾਤਮਾ ਦੀ ਜਿੱਥੇ ਗੱਲ ਕੀਤੀ ਹੈ, ਉੱਥੇ ਸਤਿਗੁਰਾਂ ਨੇ ਨਾਲ ਹੀ ਇਹ ਵੀ ਗੱਲ ਸਾਡੇ ਸਾਹਮਣੇ ਰੱਖੀ ਹੈ ਕਿ ਉਹ ਇੱਕ ਹੀ ਪਰਮਾਤਮਾ ਜਿਹੜਾ ਹੈ ਉਹ ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ। ਜਿੱਥੇ ਸਤਿਗੁਰੂ ਜੀ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖਿਆ ਕਿ ਉਹ ਪਰਮਾਤਮਾ ਹਰ ਥਾਂ ਦੇ ਉੱਤੇ ਵਿਆਪਕ ਹੈ, ਵਸ ਰਿਹਾ ਹੈ। ਇਸ ਤੋਂ ਅਗਾਂਹ ਚੱਲਦਿਆਂ ਗੁਰੂ ਸਾਹਿਬ ਜੀ ਨੇ
ਇਹ ਵਿਚਾਰ ਬਾਣੀ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਹੇ ਜੀਵ, ਉਸ ਪਰਮਾਤਮਾ ਦੀ ਜੋਤ ਜਿਹੜੀ ਹੈ ਉਹ ਹਰ ਇੱਕ ਹਿਰਦੇ ਦੇ ਅੰਦਰ ਵਿਰਾਜਮਾਨ ਹੈ। ਉਸ ਦੀ ਸਤਾ, ਉਸ ਦੀ ਹੋਂਦ ਉਹ ਹਰ ਇੱਕ ਜੀਵ ਦੇ ਵਿੱਚ ਹੈ। ਸਤਿਗੁਰੂ ਜੀ ਨੇ ਇਹ ਵੀ ਪੱਖ ਸਾਡੇ ਸਾਹਮਣੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਹ ਪਰਮਾਤਮਾ ਜਿਹੜਾ ਪਰਿਪੂਰਨ ਹੈ ਤਾਂ ਹਰ ਇੱਕ ਜੀਵ ਦੇ ਅੰਦਰ, ਪਰ ਮਨੁੱਖ ਜਿਹੜਾ ਹੈ ਉਹ ਆਪਣੇ ਅੰਦਰ ਵਸ ਰਹੇ ਰੱਬ ਨੂੰ, ਆਪਣੇ ਅੰਦਰ ਬੈਠੇ ਪਰਮਾਤਮਾ ਨੂੰ, ਉਹਨਾਂ ਰੱਬੀ ਗੁਣਾਂ ਨੂੰ, ਉਸ ਸੱਚ ਨੂੰ ਵਿਸਾਰੀ ਰੱਖਦਾ ਹੈ। ਸਾਰੀ ਉਮਰ ਉਸ ਪਰਮਾਤਮਾ ਤੋਂ, ਉਸ ਸੱਚ ਤੋਂ ਦੂਰੀ ਬਣਾ ਕੇ ਰੱਖਦਾ ਹੈ। ਇਹ ਉਸ ਦੇ ਵੱਲੋਂ ਅਵੇਸਲਾ ਰਹਿੰਦਾ ਹੈ ਤੇ ਬਾਣੀ ਨੇ ਇਸ ਦਾ ਇਹ ਕਾਰਨ ਸਾਡੇ ਸਾਹਮਣੇ ਬਿਆਨਿਆ ਹੈ। ਆਪਾਂ ਜਦੋਂ ਹਰ ਰੋਜ਼ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਧ ਸੰਗਤ ਜੀਓ ਇਸ ਦਾ ਇੱਕ ਕਾਰਨ ਸਾਡੇ ਸਾਹਮਣੇ ਬਿਆਨ ਕਰਦੇ ਨੇ। ਉਹ ਕਹਿੰਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ। ਕਿਉਂਕਿ ਜਦੋਂ ਆਪਾਂ, ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਣੀ ਨੇ ਜਿੱਥੇ ਇੱਕ ਪਰਮਾਤਮਾ ਦੀ ਗੱਲ ਕੀਤੀ, ਉਸ ਦੀ ਸਰਵ ਵਿਆਪਕਤਾ ਦੀ ਗੱਲ ਕੀਤੀ ਹੈ, ਉੱਥੇ ਬਾਣੀ ਨੇ ਇਹ ਵੀ ਪੱਖ ਸਾਡੇ ਸਾਹਮਣੇ ਰੱਖੇ ਵੀ ਹਰ ਇੱਕ ਇਨਸਾਨ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਜਿਹੜੀ ਹੈ ਉਹ ਕੰਮ ਕਰ ਰਹੀ ਹੈ, ਉਹ ਜੋਤ ਜਗ ਰਹੀ ਹੈ। ਪਰ ਬਾਣੀ ਨੇ ਇਹ ਵੀ ਪੱਖ ਸਾਡੇ ਸਾਹਮਣੇ ਬਿਆਨਿਆ ਹੈ ਵੀ ਕਾਰਨ ਕੀ ਹੈ ਵੀ ਮਨੁੱਖ ਦੇ ਜੀਵਨ ਦੇ ਵਿੱਚੋਂ ਉਸ ਪਰਮਾਤਮਾ ਦੀ ਜੋਤ ਦਾ, ਉਹਨਾਂ ਰੱਬੀ ਗੁਣਾਂ ਦਾ ਪ੍ਰਗਟਾਵਾ ਕਿਉਂ ਨਹੀਂ ਹੋ ਰਿਹਾ। ਜੇ ਉਹ ਪਰਮਾਤਮਾ ਜੀਵ ਦੇ ਅੰਦਰ ਹੈ ਤੇ ਫਿਰ ਜੀਵ ਦੇ ਵਿੱਚੋਂ ਉਸ ਪਰਮਾਤਮਾ ਦੇ ਗੁਣਾਂ ਦੀ ਝਲਕ ਕਿਉਂ ਨਹੀਂ ਪੈ ਰਹੀ? ਕਿਉਂ ਨਹੀਂ ਪਰਮਾਤਮਾ ਜਿਹੜਾ ਹੈ ਉਹ ਜੀਵ ਦੇ ਵਿੱਚੋਂ ਨਜ਼ਰ ਆਉਂਦਾ? ਕਿਉਂ ਅੱਜ ਇਨਸਾਨ ਦੇ ਵਿੱਚੋਂ ਭਗਵਾਨ ਨਹੀਂ ਬਲਕਿ ਸ਼ੈਤਾਨ ਨਜ਼ਰ ਆਉਂਦਾ ਹੈ? ਤੁਸੀਂ ਵੇਖੋ, ਮਨੁੱਖ ਦੇ ਬਾਰੇ ਸਤਿਗੁਰੂ ਜੀ ਦੀ ਬਾਣੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਜਾਂ ਬਾਣੀ ਦੇ ਮੁਬਾਰਕ ਬੋਲ ਆਪਾਂ ਪੜ੍ਹਦੇ ਹਾਂ, ਬਿਨ ਸਿਮਰਨ ਜਿਉ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਜਾਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਆਪਾਂ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਰਨੀ ਕੁੱਤਾ ਦਰ ਫੁਰਮਾਨ, ਮਾਨਸ ਮੂਰਤ ਨਾਨਕ ਨਾਮ। ਸਤਿਗੁਰੂ ਜੀ ਨੇ ਉਸ ਇਨਸਾਨ ਦੇ ਪਰਥਾਏ ਮੁਬਾਰਕ ਬਾਣੀ ਦੇ ਵਿੱਚ ਇਹੋ ਜਿਹੇ ਬੋਲ ਜਿਹੜੇ ਸਨ ਉਹ ਲਿਖ ਦਿੱਤੇ ਵੀ ਇਨਸਾਨ ਨਾਮ ਦਾ ਤੇ ਭਾਵੇਂ ਮਨੁੱਖ ਹੈ, ਪਰ ਇਸ ਦੀ ਕਰਨੀ ਜਿਹੜੀ ਹੈ ਉਹ ਕੁੱਤਿਆਂ ਵਾਲੀ ਹੈ, ਕੰਮ ਜਿਹੜੇ ਨੇ ਉਹ ਪਸ਼ੂਆਂ ਵਾਲੇ ਨੇ,
ਕਰਤੂਤਾਂ ਜਿਹੜੀਆਂ ਨੇ ਉਹ ਜਾਨਵਰਾਂ ਵਾਲੀਆਂ ਨੇ। ਤੇ ਜਿਹੜੀ ਮੈਂ ਬੇਨਤੀ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹ ਰਿਹਾ, ਬਾਣੀ ਨੇ ਜਿਹੜਾ ਪੱਖ ਸਾਡੇ ਸਾਹਮਣੇ ਰੱਖਿਆ ਹੈ ਵੀ ਹਰ ਇੱਕ ਜੀਵ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਜਲ ਰਹੀ ਹੈ। ਤੇ ਫਿਰ ਕਾਰਨ ਕੀ ਹੈ ਵੀ ਬਾਣੀ ਨੇ ਇਹੋ ਜਿਹੇ ਮੁਬਾਰਕ ਬਚਨ ਵੀ ਸਾਡੇ ਸਾਹਮਣੇ ਰੱਖ ਦਿੱਤੇ, ਕਰਨੀ ਕੁੱਤਾ ਦਰ ਫੁਰਮਾਨ। ਜਾਂ ਜੇ ਪਰਮਾਤਮਾ ਦੀ ਜੋਤ ਇਸ ਦੇ ਅੰਦਰੋਂ ਜਗ ਰਹੀ ਹੈ, ਪਰਮਾਤਮਾ ਇਸ ਦੇ ਅੰਦਰ ਹੈ, ਤੇ ਫਿਰ ਕਾਰਨ ਕੀ ਹੈ ਵੀ ਇਹ ਪਸ਼ੂਆਂ ਵਾਲਾ ਜੀਵਨ ਬਤੀਤ ਕਰ ਰਿਹਾ ਹੈ, ਇਹ ਜਾਨਵਰਾਂ ਵਾਲਾ ਜੀਵਨ ਬਤੀਤ ਕਰ ਰਿਹਾ ਹੈ, ਇਹ ਕੁੱਕਰਾਂ ਵਾਲਾ ਜੀਵਨ ਬਤੀਤ ਕਰ ਰਿਹਾ ਹੈ। ਇਹ ਰੱਬ ਨੂੰ ਆਪਣੇ ਅੰਦਰੋਂ ਵੇਖ ਕਿਉਂ ਨਹੀਂ ਪਾ ਰਿਹਾ? ਇਹ ਕਿਉਂ ਨਹੀਂ ਭਗਵਾਨ ਵਾਲਾ ਜੀਵਨ ਬਤੀਤ ਕਰ ਰਿਹਾ? ਕਿਉਂ ਇਹ ਸ਼ੈਤਾਨ ਵਾਲਾ ਜੀਵਨ ਬਤੀਤ ਕਰ ਰਿਹਾ ਹੈ? ਕਿਉਂਕਿ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦਾ ਬਚਨ ਪੜ੍ਹਦੇ ਹਾਂ ਆਪਾਂ, ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਸਾਉ ਦੇ ਅਰਥ ਨੇ ਸਵਾਦ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਵੀ ਇਹ ਪਰਮਾਤਮਾ ਦੇ ਬਾਰੇ ਬਹੁਤ ਕੁਝ ਸੁਣੀਦਾ ਵੀ ਹੈ, ਜਾਣੀਦਾ ਤੇ ਸਮਝੀਦਾ ਵੀ ਹੈ। ਇਸ ਗੱਲ ਦੇ ਵੀ ਦਾਅਵੇ ਕੀਤੇ ਜਾਂਦੇ ਨੇ ਵੀ ਮੈਂ ਰੱਬ ਵੇਖਿਆ ਹੈ। ਪਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਜਦੋਂ ਮੈਂ ਇਸ ਦੁਨੀਆ ਦੇ ਉੱਤੇ ਵੇਖਦਾ, ਮੈਨੂੰ ਲੱਗਦਾ ਨਹੀਂ ਹੈ ਵੀ ਇਸ ਇਨਸਾਨ ਨੂੰ ਰੱਬ ਦਾ ਸਵਾਦ ਆਇਆ ਹੋਵੇ ਇਹਦੀ ਜ਼ਿੰਦਗੀ ਦੇ ਵਿੱਚ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਮੈਂ ਇਨਸਾਨ ਦੇ ਕੰਮਾਂ ਵਾਲੇ ਪਾਸੇ ਵੇਖਦਾ, ਜਦੋਂ ਇਨਸਾਨ ਦੇ ਵਿਚਰਨ ਵਾਲੇ ਪਾਸੇ ਵੇਖਦਾ, ਜਦੋਂ ਇਨਸਾਨ ਦੇ ਲਾਈਫ ਸਟਾਈਲ ਵਾਲੇ ਪਾਸੇ ਵੇਖਦਾ, ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਮੈਨੂੰ ਲੱਗਦਾ ਨਹੀਂ ਵੀ ਇਸ ਇਨਸਾਨ ਦੇ ਅੰਦਰ ਭਗਵਾਨ ਬੈਠਾ ਹੈ, ਇਸ ਇਨਸਾਨ ਦੇ ਅੰਦਰ ਉਹ ਪਰਮਾਤਮਾ ਜਿਹੜਾ ਹੈ ਉਹ ਬਿਰਾਜਮਾਨ ਹੈ। ਇਹਦੀਆਂ ਕੰਮਾਂ ਨੂੰ ਵੇਖ ਕੇ ਇਉਂ ਲੱਗਦਾ ਵੀ ਜਿਵੇਂ ਇਸ ਦੇ ਅੰਦਰ ਸ਼ੈਤਾਨ ਬੈਠਾ ਹੋਵੇ। ਇਹਦਿਆਂ ਕੰਮਾਂ ਨੂੰ ਵੇਖ ਕੇ ਇਉਂ ਲੱਗਦਾ ਵੀ ਜਿਵੇਂ ਇਹਦੇ ਅੰਦਰ ਕੋਈ ਰਾਖਸ਼ ਬੈਠਾ ਹੋਵੇ। ਇਹਦਿਆਂ ਕੰਮਾਂ ਨੂੰ ਵੇਖ ਕੇ ਇਉਂ ਲੱਗਦਾ ਹੈ ਵੀ ਜਿਵੇਂ ਇਹ ਬੜਾ ਖੂੰਖਾਰ ਜਾਨਵਰ ਹੋਵੇ। ਸੋ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਾਉ ਨਾ ਪਾਇਆ ਜਾਏ। ਸਵਾਦ ਨਹੀਂ ਆ ਰਿਹਾ ਇਸ ਦੀ ਜ਼ਿੰਦਗੀ ਦੇ ਵਿੱਚੋਂ ਰੱਬ ਦਾ। ਤੁਸੀਂ ਵੇਖੋ ਵੀ ਅੱਜ ਜਿਹੜੇ ਇਨਸਾਨ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਜ਼ਬਰ ਜ਼ਨਾਹ ਕਰ ਰਹੇ ਨੇ, ਕਿ ਇਹ ਗੱਲ ਸੱਚੀ ਨਹੀਂ ਢੁਕਦੀ ਵੀ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਕੋਈ ਖੂੰਖਾਰ ਜਾਨਵਰ ਬੈਠਾ ਹੈ? ਇਹ ਗੱਲ ਸਾਬਤ ਨਹੀਂ ਕਰ ਦਿੰਦੇ ਉਹ ਲੋਕ ਵੀ ਉਹਨਾਂ ਦੇ ਅੰਦਰ ਭਗਵਾਨ ਨਹੀਂ ਸ਼ੈਤਾਨ ਬੈਠਾ ਹੈ? ਆ ਪਿੱਛੇ ਜੇ ਆਪਾਂ ਵਾਪਰਿਆ, ਇੱਕ ਡਾਕਟਰ ਲੜਕੀ ਨੂੰ ਕੁਝ ਲੋਕਾਂ ਨੇ ਰੇਪ ਕਰਕੇ ਉਹਨੂੰ ਜਿਉਂਦੀ ਨੂੰ ਅੱਗ ਲਾ ਦਿੱਤੀ। ਉਹਦੀ ਅੱਧੀ ਸੜੀ ਲਾਸ਼ ਜਦੋਂ ਮਿਲੀ ਤੇ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ। ਹੁਣ ਅੰਦਾਜ਼ਾ ਲਗਾਓ ਵੀ ਜੇ ਇਨਸਾਨ ਇਸ ਪੱਧਰ ਤੱਕ ਗਿਰ ਜਾਂਦਾ ਹੈ ਤੇ ਕੀ ਫਿਰ ਐਸੇ ਇਨਸਾਨ ਦੇ ਲਈ ਇਹ ਬੋਲ ਸਹੀ ਸਾਬਤ ਨਹੀਂ ਹੁੰਦੇ? ਕਰਤੂਤ ਪਸ਼ੂ ਕੀ ਮਾਨਸ ਜਾਤ। ਕਿ ਫਿਰ ਗੁਰੂ ਸਾਹਿਬ ਜੀ ਦੇ ਇਹ ਮੁਬਾਰਕ ਬੋਲ ਸਹੀ ਸਾਬਤ ਨਹੀਂ ਹੁੰਦੇ? ਗੁਰਮੰਤਰ ਹੀਣਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਟ ਨੇ, ਕੂਕਰੈ ਸੂਕਰੈ ਗਰਦ ਬੈ ਕਾਕੈ ਸੁਰਪਨੈ ਤੁਲਖਲੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਆਪਾਂ ਜਿਹੜੀ ਗੱਲ ਕਰ ਰਹੇ ਸਾਂ ਕਿ ਬਾਣੀ ਨੇ ਇਹ ਗੱਲ ਕਹੀ ਵੀ ਉਹ ਪਰਮਾਤਮਾ ਇਸ ਦੇ ਅੰਦਰ ਹੈ, ਪਰ ਇਨ ਜੀਵ ਦੇ ਜੀਵਨ ਨੂੰ ਜਦੋਂ ਵੇਖੀਦਾ ਹੈ ਤੇ ਇਹਨੂੰ ਨਾ ਇਸ ਨੂੰ ਰੱਬ ਦਾ ਸਵਾਦ ਆਇਆ ਹੈ ਤੇ ਨਾ ਇਹ ਇਸ ਸੰਸਾਰ ਦੇ ਅੰਦਰ ਇਸ ਢੰਗ ਦੇ ਨਾਲ ਵਿਚਰ ਰਿਹਾ ਵੀ ਇਹਦੇ ਜੀਵਨ ਵੱਲ ਵੇਖ ਕੇ ਲੋਕਾਂ ਨੂੰ ਰੱਬ ਦਾ ਸਵਾਦ ਆਵੇ ਇਹਦੇ ਜੀਵਨ ਦੇ ਵਿੱਚੋਂ।
ਇਸ ਦਾ ਬੜਾ ਵੱਡਾ ਕਾਰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਧ ਸੰਗਤ ਜੀ ਸਾਡੇ ਸਾਹਮਣੇ ਰੱਖਿਆ। ਸਤਿਗੁਰੂ ਜੀ ਕਹਿੰਦੇ ਨੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚੱਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਇਸ ਦਾ ਕਾਰਨ ਗੁਰੂ ਰਾਮਦਾਸ ਜੀ ਮਹਾਰਾਜ ਸਾਡੇ ਸਾਹਮਣੇ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜਾ ਰੱਬ ਦੇ ਨਾਲੋਂ ਟੁੱਟਾ ਹੋਇਆ ਇਨਸਾਨ ਹੈ ਨਾ, ਜਿਹੜਾ ਸਾਕਤ ਮਨੁੱਖ ਹੈ, ਉਸ ਸਾਕਤ ਮਨੁੱਖ ਨੂੰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਨਹੀਂ ਆਵੇਗਾ। ਉਹਨੂੰ ਸੱਚ ਜਿਹੜਾ ਹੈ ਉਹ ਚੰਗਾ ਨਹੀਂ ਲੱਗੇਗਾ, ਗੁਣ ਉਹਨੂੰ ਚੰਗੇ ਨਹੀਂ ਲੱਗਣਗੇ, ਸ਼ੁਭ ਕਰਮ ਉਹਨੂੰ ਚੰਗੇ ਨਹੀਂ ਲੱਗਣਗੇ, ਪੁੰਨ ਉਹਨੂੰ ਚੰਗੇ ਨਹੀਂ ਲੱਗਣਗੇ, ਭਲਾਈ ਉਹਨੂੰ ਚੰਗੀ ਨਹੀਂ ਲੱਗੇਗੀ, ਸਬਰ ਸੰਤੋਖ ਉਹਨੂੰ ਚੰਗਾ ਨਹੀਂ ਲੱਗੇਗਾ। ਇਸੇ ਕਰਕੇ ਤੇ ਬਾਣੀ ਨੇ ਕਿਹਾ ਨਾ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਸੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਕਹਿ ਲਗੇ ਵੀ ਆਹ ਵੱਡਾ ਕਾਰਨ ਹੈ, ਜੇ ਇਨਸਾਨ ਦੇ ਜੀਵਨ ਦੇ ਵਿੱਚੋਂ ਅੱਜ ਪਰਮਾਤਮਾ ਦਾ ਸਵਾਦ ਨਹੀਂ ਆ ਰਿਹਾ, ਜੇ ਅੱਜ ਇਹ ਪਸ਼ੂਆਂ ਵਾਲਾ ਜੀਵਨ ਬਤੀਤ ਕਰ ਰਿਹਾ, ਅੱਜ ਇਹ ਖੂੰਖਾਰ ਜਾਨਵਰਾਂ ਤੋਂ ਵੀ ਬਦਤਰ ਜ਼ਿੰਦਗੀ ਬਤੀਤ ਕਰ ਰਿਹਾ ਹੈ, ਤੇ ਇਹਦਾ ਕਾਰਨ ਇਹ ਹੈ ਵੀ ਇਹਦੇ ਅੰਦਰ ਹਉਮੈ ਦਾ ਕੰਡਾ ਹੈ, ਜਿਹੜਾ ਰੋਜ਼ ਇਸ ਨੂੰ ਚੁੱਭਦਾ ਹੈ, ਇਸ ਨੂੰ ਦੁਖੀ ਕਰਦਾ ਹੈ। ਤੇ ਇਹ ਕੰਡਾ ਜਿਹੜਾ ਹੈ ਹਉਮੈ ਦਾ, ਫਿਰ ਇਸ ਦੇ ਕੋਲੋਂ ਉਹ ਸਾਰੇ ਕੰਮ ਜਿਹੜੇ ਨੇ ਉਹ ਕਰਾਉਂਦਾ ਹੈ, ਜਿਹੜੇ ਕੰਮ ਮਨੁੱਖਤਾ ਨੂੰ, ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੇ ਨੇ। ਸੋ ਅੱਜ ਦੇ ਇਸ ਮੁਬਾਰਕ ਬਚਨ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਦੋਂ ਮੈਂ ਹਉਮੈ ਦੇ ਕੰਡੇ ਨੂੰ ਪੁੱਟ ਕੇ ਬਾਹਰ ਕੱਢਿਆ, ਜਦੋਂ ਮੈਂ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਨਾਲ ਸਾਂਝ ਬਣਾ ਕਰਕੇ ਹਉਮੈ ਨੂੰ ਆਪਣੇ ਜੀਵਨ ਦੇ ਵਿੱਚੋਂ ਤਿਆਗ ਦਿੱਤਾ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਹੁਣ ਸੱਚਮੁੱਚ ਹੀ ਮੇਰੇ ਅੰਦਰ ਬੈਠਾ ਰੱਬ ਜਿਹੜਾ ਸੀ ਉਹ ਮੈਨੂੰ ਨਜ਼ਰ ਆ ਗਿਆ। ਸੱਚਮੁੱਚ ਹੀ ਉਹ ਪਰਮਾਤਮਾ ਜਿਹੜਾ ਸੀ ਉਹ ਮੈਨੂੰ ਆਪਣੇ ਅੰਦਰੋਂ ਪ੍ਰਾਪਤ ਹੋ ਗਿਆ। ਤੇ ਕਹਿੰਦੇ ਜਦੋਂ ਮੇਰੇ ਅੰਦਰ ਬੈਠਾ ਰੱਬ ਮੈਨੂੰ ਨਜ਼ਰ ਆਇਆ ਨਾ, ਹਉਮੈ ਕੱਢਣ ਤੋਂ ਬਾਅਦ, ਤੇ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ, ਬੜਾ ਚਾਅ ਹੋਇਆ। ਤੁਸੀਂ ਵੇਖੋ ਵੀ ਇਨਸਾਨ ਜਿਹੜੀ ਚੀਜ਼ ਨੂੰ ਲੱਭਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਕੰਮ ਕਰਦਾ ਪਿਆ ਹੋਵੇ, ਮੰਨ ਕੇ ਚਲੋ ਵੀ ਘਰ ਦੇ ਵਿੱਚ ਜੇ ਕਿਸੇ ਇਨਸਾਨ ਦੀ ਕੋਈ ਬੜੀ ਕੀਮਤੀ ਚੀਜ਼ ਗਵਾਚ ਗਈ ਹੈ, ਹੁਣ ਉਹ ਚੀਜ਼ ਜਿਹੜੀ ਹੈ ਉਹ ਗਵਾਚ ਗਈ ਹੈ, ਤੇ ਉਸ ਨੂੰ ਲੱਭਣ ਦੇ ਲਈ ਉਹ ਸਾਰੇ ਘਰ ਨੂੰ ਫੋਲ ਮਾਰਦਾ ਹੈ। ਕਦੇ ਕਿਸੇ ਰੂਮ 'ਚ ਜਾਵੇਗਾ, ਕਦੇ ਕਿਸੇ ਰੂਮ 'ਚ ਜਾਵੇਗਾ, ਕਦੇ ਉਹ ਸਟੋਰ ਰੂਮ 'ਚ ਜਾਵੇਗਾ, ਕਦੇ ਉਹ ਲਿਵਿੰਗ ਰੂਮ 'ਚ ਜਾਵੇਗਾ, ਕਦੇ ਬੈਡਰੂਮ 'ਚ ਜਾਵੇਗਾ, ਉਹ ਸਾਰੇ ਘਰ ਨੂੰ ਫੋਲ ਮਾਰੇ। ਅੱਛਾ, ਉਹਨੂੰ ਚੀਜ਼ ਜਿਹੜੀ ਹੈ ਉਹ ਕਿਤੇ ਬਿਲਕੁਲ ਸਾਹਮਣੇ ਪਈ ਜਿਹੜੀ ਨਜ਼ਰ ਆ ਜਾਵੇ, ਉਹਨੂੰ ਲੱਭ ਜਾਵੇ, ਉਹਨੇ ਸਾਰੇ ਕਮਰੇ ਜਿਹੜੇ ਸਨ ਫੋਲ ਮਾਰੇ, ਸਾਰਾ ਘਰ ਫੋਲ ਮਾਰਿਆ, ਪਰ ਚੀਜ਼ ਉਹਨੂੰ ਜਿਹੜੀ ਹੈ ਉਹ ਡਰਾਇੰਗ ਰੂਮ ਦੇ ਵਿੱਚੋਂ ਹੀ ਲੱਭ ਗਈ ਹੈ, ਤੇ ਉਹ ਇਨਸਾਨ ਖੁਸ਼ ਨਹੀਂ ਹੋ ਜਾਏਗਾ। ਉਹ ਬੜੇ ਖੇੜੇ ਦੇ ਵਿੱਚ ਨਹੀਂ ਆਵੇਗਾ ਵੀ ਮੈਂ ਤਾਂ ਸਾਰਾ ਘਰ ਲੱਭ ਮਾਰਿਆ ਤੇ ਇਹ ਤਾਂ ਇੱਥੇ ਪਈ ਸੀ। ਸਤਿਗੁਰੂ ਜੀ ਕਹਿਣ ਲੱਗੇ ਉਵੇਂ ਇਨਸਾਨ ਰੱਬ ਨੂੰ ਲੱਭਣ ਦੇ ਲਈ ਪਤਾ ਨਹੀਂ ਕੀ ਕੀ ਕਰ ਰਿਹਾ, ਕਿੱਥੇ ਕਿੱਥੇ ਜਾ ਰਿਹਾ। ਭਗਤ ਸ਼ੇਖ ਫਰੀਦ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ,
ਉਹ ਕਹਿੰਦੇ ਵੀ ਇਨਸਾਨ ਇੱਥੋਂ ਤੱਕ ਰੱਬ ਦੀ ਭਾਲ ਦੇ ਵਿੱਚ ਚਲਾ ਗਿਆ ਵੀ ਉਹਨੇ ਜੰਗਲਾਂ ਦੇ ਵਿੱਚ ਜਾ ਕੇ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਹਨੇ ਕਿਤੇ ਪਹਾੜਾਂ ਦੀਆਂ ਕੁੰਦਰਾਂ ਦੇ ਉੱਤੇ ਜਾ ਕੇ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਕਿਤੇ ਤੀਰਥ ਅਸਥਾਨਾਂ 'ਤੇ ਜਾ ਕੇ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਭਗਤ ਫਰੀਦ ਸਾਹਿਬ ਜੀ ਨੇ ਇੱਕ ਹੋਕਾ ਦਿੱਤਾ ਹੈ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਵੀ ਭਲਿਆ ਤੂੰ ਜਿਸ ਵਸਤੂ ਨੂੰ, ਜਿਸ ਰੱਬ ਨੂੰ ਲੱਭਣ ਦੇ ਲਈ ਬਾਹਰ ਤੁਰਿਆ ਫਿਰਦਾ ਨਾ, ਉਹ ਤਾਂ ਤੇਰੇ ਅੰਦਰ ਹੈ, ਉਹ ਤੇਰੇ ਕੋਲ ਹੈ। ਬਾਸ਼ਰਤ ਵੀ ਤੇਰੀ ਹਉਮੈ ਉਹ ਤੈਨੂੰ ਵੇਖਣ ਨਹੀਂ ਦੇ ਰਹੀ। ਤੇਰੀ ਹਉਮੈ ਜਿਹੜੀ ਹੈ ਉਹ ਹਉਮੈ ਉਸ ਵਸਤੂ ਦੇ ਨਾਲ ਸਾਂਝ ਨਹੀਂ ਬਣਾਉਣ ਦੇ ਰਹੀ। ਤੇ ਭਗਤ ਸ਼ੇਖ ਫਰੀਦ ਸਾਹਿਬ ਜੀ ਨੇ ਆਵਾਜ਼ ਮਾਰੀ ਹੈ। ਉਸ ਜੰਗਲਾਂ ਦੇ ਵਿੱਚ ਲੱਭਣ ਜਾਂਦੇ ਹੋਏ ਨੂੰ ਭਗਤ ਸ਼ੇਖ ਫਰੀਦ ਸਾਹਿਬ ਜੀ ਆਵਾਜ਼ ਮਾਰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੈਂ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਭਗਤ ਸ਼ੇਖ ਫਰੀਦ ਸਾਹਿਬ ਜੀ ਕਹਿਣ ਲੱਗੇ ਵੀ ਤੂੰ ਜੰਗਲਾਂ ਦੇ ਵਿੱਚ ਕੰਡੇ ਮਿੱਧਦਾ ਫਿਰਦਾ ਹੈ, ਆ ਮੈਂ ਤੈਨੂੰ ਦੱਸਾਂ ਰੱਬ ਹੈ ਕਿੱਥੇ। ਵਸੀ ਰੱਬ ਹਿਆਲੀ ਹੈ, ਉਹ ਪਰਮਾਤਮਾ ਤੇ ਤੇਰੇ ਹਿਰਦੇ ਘਰ ਦੇ ਵਿੱਚ ਵਸ ਰਿਹਾ। ਤੂੰ ਹੀ ਭਟਕਿਆ ਫਿਰਦਾ ਸੀ, ਤੂੰ ਹੀ ਬਾਵਰਾ ਹੋਇਆ ਫਿਰਦਾ ਸੀ ਵੀ ਕਦੇ ਉਹਨੂੰ ਕਿਸੇ ਥਾਂ ਤੋਂ ਲੱਭਣ ਦਾ ਯਤਨ ਕਰਦਾ ਸੀ, ਕਦੇ ਕਿਸੇ ਥਾਂ ਤੋਂ। ਜਿਵੇਂ ਚੀਜ਼ ਸਾਹਮਣੇ ਡਰਾਇੰਗ ਰੂਮ ਦੇ ਵਿੱਚ ਪਈ ਹੈ, ਉਹਨੇ ਸਾਰਾ ਘਰ ਫੋਲ ਮਾਰਿਆ। ਕਦੇ ਉਹ ਲਿਵਿੰਗ ਰੂਮ 'ਚੋਂ ਲੱਭਦਾ ਫਿਰਦਾ, ਕਦੇ ਉਹ ਬੈਡਰੂਮ 'ਚੋਂ ਲੱਭਦਾ ਫਿਰਦਾ, ਕਦੇ ਕਿਚਨ ਦੇ ਵਿੱਚ ਵੜ ਜਾਂਦਾ ਹੈ, ਕਦੇ ਉਹ ਆਪਣਾ ਸਟੱਡੀ ਰੂਮ ਦੇ ਵਿੱਚ ਵੜ ਜਾਂਦਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਭਗਤ ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਨੇ ਵੀ ਰੱਬ ਰੂਪੀ ਵਸਤੂ ਜਿਹੜੀ ਹੈ ਉਹ ਤੇਰੇ ਹਿਰਦੇ ਘਰ 'ਚ ਪਈ ਸੀ, ਤੂੰ ਬਾਹਰੋਂ ਜੰਗਲਾਂ ਦੇ ਵਿੱਚੋਂ ਲੱਭਣ ਦਾ ਯਤਨ ਕਰ ਰਿਹਾ। ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਇਸੇ ਕਰਕੇ ਤੇ ਸਤਿਗੁਰੂ ਜੀ ਦੀ ਬਾਣੀ ਨੇ ਇਹ ਮੁਬਾਰਕ ਬੋਲ ਸਾਡੇ ਸਾਹਮਣੇ ਰੱਖੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਸਤਿਗੁਰੂ ਜੀ ਕਹਿਣ ਲੱਗੇ ਤੇਰੇ ਅੰਦਰ ਹੈ। ਬਾਣੀ ਨੇ ਇੱਥੋਂ ਤੱਕ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਜਿਨ੍ਹਾਂ ਨੂੰ ਆਪਣੇ ਅੰਦਰ ਬੈਠੇ ਰੱਬ ਦੀ ਪਹਿਚਾਨ ਹੋਈ, ਜਿਨ੍ਹਾਂ ਨੇ ਆਪਣੀ ਹਉਮੈ ਨੂੰ ਕੱਢ ਦਿੱਤਾ, ਫਿਰ ਉਹਨਾਂ ਨੂੰ ਆਪਣੇ ਅੰਦਰ ਬੈਠੇ ਰੱਬ ਦੀ ਪਹਿਚਾਨ ਜਦੋਂ ਹੋਈ ਤੇ ਉਹ ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੇ ਮਨ ਭਇਓ ਪੰਗ। ਉਹ ਕਹਿੰਦੇ ਹੁਣ ਕਿਤੇ ਜਾਣ ਦੀ ਲੋੜ ਨਹੀਂ ਹੈ, ਹੁਣ ਮੇਰੇ ਹਿਰਦੇ ਘਰ ਦੇ ਵਿੱਚ ਹੀ ਬੈਠਿਆਂ ਰੱਬ ਦੇ ਨਾਲ ਪਿਆਰ ਬਣ ਗਿਆ। ਸੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਮੈਂ ਆਪਣੀ ਹਉਮੈ ਨੂੰ ਆਪਣੇ ਜੀਵਨ ਦੇ ਵਿੱਚੋਂ ਖਤਮ ਕਰ ਦਿੱਤਾ, ਜਦੋਂ ਮੈਂ ਕੱਢ ਦਿੱਤੀ ਹਉਮੈ, ਆਪਣਾ ਹੰਕਾਰ ਤਿਆਗ ਦਿੱਤਾ, ਸਤਿਗੁਰੂ ਜੀ ਕਹਿਣ ਲੱਗੇ ਹੁਣ ਮੈਨੂੰ ਮੇਰੇ ਹਿਰਦੇ ਘਰ ਦੇ ਵਿੱਚ ਬੈਠਾ ਰੱਬ ਜਿਹੜਾ ਸੀ ਨਾ ਉਹ ਅਨੁਭਵ ਹੋ ਗਿਆ, ਮਹਿਸੂਸ ਹੋ ਗਿਆ। ਹੈ ਉਹ ਮੇਰੇ ਹਿਰਦੇ ਘਰ 'ਚ ਹੀ ਸੀ, ਪਰ ਹਉਮੈ ਨੇ ਕੈਸਾ ਪਰਦਾ ਪਾਇਆ ਸੀ ਵੀ ਉਹ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ, ਉਹ ਰੱਬ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ। ਮੈਂ ਹਰ ਥਾਂ ਦੇ ਉੱਤੇ ਆਪਣਾ ਹੀ ਇੱਕ ਬੋਲਬਾਲਾ ਲੈ ਕੇ ਤੁਰਨਾ ਚਾਹੁੰਦਾ ਸਾਂ, ਮੈਂ ਰੱਬ ਨੂੰ ਤੇ ਪਹਿਚਾਨ ਹੀ ਨਹੀਂ ਸੀ ਪਾ ਰਿਹਾ। ਪਰ ਸਤਿਗੁਰੂ ਜੀ ਕਹਿੰਦੇ ਨੇ ਹੁਣ ਜਦੋਂ ਮੈਂ ਆਪਣੀ ਹਉਮੈ ਨੂੰ ਕੱਢਿਆ ਹੈ, ਹੁਣ ਜਦੋਂ ਮੈਂ ਆਪਣੀ ਹਉਮੈ ਨੂੰ ਤਿਆਗਿਆ ਹੈ, ਹੁਣ ਮੈਨੂੰ ਪਤਾ ਲੱਗਾ ਵੀ ਉਹ ਪਰਮਾਤਮਾ ਮੇਰੇ ਅੰਦਰ ਹੀ ਹੈ। ਮੈਨੂੰ ਇਹ ਮਹਿਸੂਸ ਹੋਇਆ, ਇਹ ਅਨੁਭਵ ਹੋਇਆ ਵੀ ਉਹ ਮੇਰੇ ਹਿਰਦੇ ਘਰ ਜਾ ਕੇ ਬੈਠ ਗਿਆ ਹੈ, ਵਸ ਗਿਆ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਇਸ ਗੱਲ ਨੇ ਮੈਨੂੰ ਬੜੀ ਖੁਸ਼ੀ ਦਿੱਤੀ।
मेरा मन उत्साहित हो गया, आनंद आ गया। तो गुरु साहब जी कहते ने मन चाओ भया प्रभ आगम सुनिया। मेरे मन दे विच चाह पैदा हो गया जदों मैं ये सुनिया भी रब तो मेरे अंदर बैठ गया है, जदों मैं अनुभव कर लिया। वैसे मैं एक बेनती करा भी रब जिहड़ा ना अज साडी सारियां दी दौड़ जिहड़ी है वो रब नूं वेखण दे विच लगी हुई है भी रब सानू नज़र आ जाए, रब वेख जाए भी रब है किहो जिहा है, असीं उहनूं फड़ लईए, उहनूं वस दे विच कर लईए। तो मैं अक्सर बेनती करया करदा भी ये जिन्ने भी लोग रब नूं वेखण दे दावे कर रहे ने ना, या जिन्ने भी लोग जिहड़े ने वो रब नूं अपने वस दे विच करन दे दावे कर रहे ने, ये सारे किते ना किते भरम दे विच ने। वैसे बाणी ने बड़ी प्यारी गल कही है भी इन्हां अखां दे नाल ते रब नूं वेखिया जाना ही नहीं हैगा, इन्हां अखां दे नाल नहीं रब वेखिया जा सकदा। जे इन्हां अखां दे नाल रब वेखिया जावे तो फिर जिन्हां दे कोल ये अखां है नहीं वो तो फिर सारी उम्र ही रब नूं नहीं वेख सकदे। इसे करके सतगुरु जी दी बाणी ने रब नूं वेखण दीयां अखां कोई होर दित्तियां ने। पै के चरण कार भाव के लोयण सुरत करे। सतगुरु जी कह लगे आ अखां ने सुरत दीयां अखां दे नाल उहनूं वेखिया जाना है। पर जिहड़ी मैं बेनती कर रहा सी भी असी उहनूं वेखण दा यतन करदे हां, रब वेखण दा विशा नहीं है, रब महसूस करन दा विशा है, अनुभव करन दा विशा है। जिदन सानू अनुभव हो गया, जिदन सानू महसूस हो गया, उदन फिर अपने बिल्कुल नेड़े वसदा रब असी जाणांगे। फिर ये नहीं है भी रब किसी तीर्थ ते है, रब किसी विशेष दिशा दे वाल है, जिन्हां ने अनुभव किया है। फिर वो एक गल कहंदे ने, वो कहंदे ने कह रविदास हाथ पै नेरे सहजे होई सो हुई। सो सतगुरु जी कहंदे ने मन चाओ भया प्रभ आगम सुनिया। जदों मैं अपने हिरदे रूपी सेजा दे उत्ते उस परमात्मा नूं आए नूं वेख लिया ना, मैं सुन लिया, मैनूं महसूस हो गया, अनुभव हो गया भी वो मेरे हिरदे च आके बैठ गया है। तो सतगुरु जी कह लगे मैनूं बड़ी खुशी हुई, मैनूं बड़ा चाव होया। हर मंगल गाओ सखी गृह मंदिर बनिया। हुण मेरा हिरदा रूपी घर जिहड़ा है ये परमात्मा का घर बन गया है, ये परमात्मा का मंदिर बन गया है। तो सतगुरु जी कह लगे हुण मैं अपनी इस सखी नूं, अपनी जिंद नूं ये उपदेश करदा, हे मेरी ये जिंदे, हे मेरी ये सखीए, हुण उस परमात्मा दे खुशी दे गीत गा, उहदी सिफत सलाह कर। उहदे ओ घर दे विच आ गए ते उहदी उस्तत कर। हर मंगल गाओ सखी गृह मंदिर बनिया। हर गाओ मंगल नित सखीए सोग दुख ना व्यापे। मैं हुण अपनी जिंद नूं ये गल समझाउणा वा, हे मेरी ये जिंदे, उस परमात्मा दे गुणां नूं गा, उहदे मंगल नूं गा, उहदे खुशी दे गीत गा। जे तू उहदे खुशी दे गीत गावेंगी तैनूं कोई दुख, सोग, झोरा, चिंता, कलेश ये नहीं व्यापेगा। अजे तू दुखां दे विच घिरी पई है, अजे तैनूं बेअंत चिंतावां ने, फिर ये चिंतावां खत्म हो जाणगियां। ते गुरु साहब जी कहन लगे गुर चरण लागे दिन सुभागे अपना पिर जापे। जदों गुरु दियां चरनां दे नाल जुड़ जाईदा वो दिन चंगा, वो भागां वाला। ते सतगुरु जी कहन लगे क्यों? क्योंकि अपना पिर जापे, गुरु दियां चरनां दे नाल जुड़ के अपने पिर दी, अपने प्रभु पति दी समझ आउंदी है, पहचान हुंदी है, पता लगदा है भी वो रब जिहड़ा वो साडे अंदर ही बैठा है। ते सतगुरु गुरु अमरदास जी महाराज ने साध संगत जी बख्शिश की है। वह कहन लगे अनहत बाणी गुर शब्द जानी, हर नाम हर रस भोगो। आ जिहड़ी रब दी सिफत सलाह दी बाणी दी रोह है ना, रब दी जिहड़ी लगातार कंटीन्यू जिहड़ी सिफत सलाह दी वो गल है
ਇਹ ਗੁਰੂ ਦੇ ਸ਼ਬਦ ਦੇ ਕੋਲੋਂ ਸਮਝ ਲੱਗੀ ਹੈ, ਗੁਰੂ ਦੇ ਸ਼ਬਦ ਦੇ ਨਾਲ ਸਾਂਝ ਬਣਾਇਆ ਪਤਾ ਲੱਗਾ ਹੈ। ਹਰ ਨਾਮ ਹਰ ਰਸ ਭੋਗੋ। ਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਮੈਂ ਹੁਣ ਪਰਮਾਤਮਾ ਦੇ ਨਾਮ ਨੂੰ ਮਾਣਦਾ ਵਾਂ, ਭੋਗਦਾ ਵਾਂ, ਆਪਣੀ ਜ਼ਿੰਦਗੀ ਦੇ ਅੰਦਰ ਹੰਡਾਉਣਾ ਵਾਂ। ਤੇ ਸਤਿਗੁਰੂ ਜੀ ਕਹਿੰਦੇ ਨੇ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਨਾਨਕ ਆਖਦਾ ਹੈ ਇਸ ਢੰਗ ਦੇ ਨਾਲ ਉਹ ਪਰਮਾਤਮਾ ਜਿਹੜਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜਿਹੜਾ ਸਭ ਕੁਝ ਕਰਨ ਵਾਲਾ ਹੈ, ਉਹ ਪਰਮਾਤਮਾ ਆਪ ਇਸ ਜੀਵ ਰੂਪੀ ਇਸਤਰੀ ਨੂੰ ਮਿਲ ਪੈਂਦਾ ਹੈ। ਪਰ ਮਿਲਦਾ ਕਦੋਂ ਹੈ? ਜਦੋਂ ਇਹ ਆਪਣੀ ਹਉਮੈ ਨੂੰ ਛੱਡ ਕੇ, ਆਪਣੇ ਹੰਕਾਰ ਨੂੰ ਛੱਡ ਕੇ ਇਹ ਅਨੁਭਵ ਕਰ ਲਵੇ ਵੀ ਪਰਮਾਤਮਾ ਮੇਰੇ ਹਿਰਦੇ ਰੂਪੀ ਸੇਜਾ ਦੇ ਉੱਤੇ ਆ ਕਰਕੇ ਵਸ ਗਿਆ ਹੈ। ਇਸੇ ਕਰਕੇ ਬਾਣੀ ਨੇ ਕਿਹਾ ਸੀ ਮੇਰੀ ਸੇਜ ਜਿਹੜੀਏ ਆਡੰਬਰ ਬਣਿਆ, ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ। ਸਤਿਗੁਰੂ ਜੀ ਕਹਿਣ ਲੱਗੇ ਹੁਣ ਮੇਰੇ ਇਸ ਹਿਰਦੇ ਰੂਪੀ ਸੇਜਾ ਦੇ ਉੱਤੇ ਇੱਕ ਅਚਰਜ ਕੋਤਕ ਵਾਪਰਿਆ, ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ। ਜਦੋਂ ਉਹ ਪਰਮਾਤਮਾ ਮੈਂ ਆਪਣੇ ਹਿਰਦੇ ਰੂਪੀ ਸੇਜਾ ਦੇ ਉੱਤੇ ਵੇਖ ਲਿਆ, ਅਨੁਭਵ ਕਰ ਲਿਆ, ਮੇਰੇ ਅੰਦਰ ਖੇੜਾ, ਮੇਰੇ ਅੰਦਰ ਸਹਿਜ, ਮੇਰੇ ਅੰਦਰ ਆਨੰਦ ਪੈਦਾ ਹੋ ਗਿਆ। ਤੇ ਮੈਂ ਅਖੀਰ ਤੇ ਇਹ ਬੇਨਤੀ ਕਰਾਂ, ਬਹੁਤ ਸਾਰੇ ਵੀਰ ਇਹ ਸਵਾਲ ਕਰਦੇ ਨੇ ਵੀ ਰੱਬ ਨੂੰ ਧਿਆਉਣ ਦਾ, ਰੱਬ ਨੂੰ ਮੰਨਣ ਦਾ, ਰੱਬ ਦੇ ਨਾਲ ਜੁੜਨ ਦਾ ਸਾਨੂੰ ਫਾਇਦਾ ਕੀ ਹੈ? ਤੇ ਮੈਂ ਬੇਨਤੀ ਕਰਾਂ ਆਪਣੇ ਨਿੱਜੀ ਅਨੁਭਵ ਤੋਂ, ਰੱਬ ਦੇ ਨਾਲ ਸਾਂਝ ਬਣਾਉਣ ਦਾ ਸਾਨੂੰ ਇਹੀ ਫਾਇਦਾ ਹੈ ਵੀ ਅਸੀਂ ਜ਼ਿੰਦਗੀ ਦੀ ਹਰ ਇੱਕ ਪ੍ਰਕਾਰ ਦੀ ਚਿੰਤਾ ਤੇ ਫਿਕਰਾਂ ਤੋਂ ਮੁਕਤ ਹੋ ਜਾਂਦੇ ਹਾਂ। ਜਦੋਂ ਅਸੀਂ ਆਪਣਾ ਆਪ ਰੱਬ ਦੇ ਅੱਗੇ ਸਰੈਂਡਰ ਕਰ ਦਿੰਦੇ ਹਾਂ ਨਾ, ਫਿਰ ਸਾਡੇ ਅੰਦਰ ਇਹ ਭਾਵਨਾ ਬਣਦੀ ਹੈ ਕਾਹੇ ਰੇ ਮਨ ਚਿਤਮੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ। ਤੇ ਖਿਮਾ ਕਰਨਾ, ਇਹ ਚਿੰਤਾਵਾਂ, ਇਹ ਫਿਕਰ ਹੀ ਜਿਹੜੇ ਨੇ ਇਹ ਸਾਡੇ ਮਨ ਦੇ ਆਨੰਦ ਨੂੰ ਨਹੀਂ ਬਣਨ ਦਿੰਦੇ, ਇਹ ਸਾਡੇ ਚਾਅ ਨੂੰ ਖਤਮ ਕਰ ਦਿੰਦੇ ਨੇ। ਤੇ ਜਿੱਦਣ ਰੱਬ ਦੇ ਨਾਲ ਸਾਂਝ ਬਣਾ ਲਈਦੀ ਹੈ ਉਦਣ ਫਿਰ ਇਹਨਾਂ ਚਿੰਤਾਵਾਂ, ਇਹਨਾਂ ਫਿਕਰਾਂ ਤੋਂ ਮੁਕਤ ਹੋ ਜਾਈਦਾ ਹੈ। ਤੇ ਜਦੋਂ ਇਹਨਾਂ ਤੋਂ ਮੁਕਤ ਹੋ ਜਾਈਦਾ ਫਿਰ ਮਨ ਦੇ ਵਿੱਚ ਇੱਕ ਚਾਅ ਪੈਦਾ ਹੁੰਦਾ ਹੈ, ਫਿਰ ਇੱਕ ਆਨੰਦ ਪੈਦਾ ਹੁੰਦਾ ਹੈ, ਇੱਕ ਖੇੜਾ ਪੈਦਾ ਹੁੰਦਾ ਹੈ। ਆਓ ਗੁਰੂ ਕਿਰਪਾ ਕਰੇ, ਜਿਹੜੀ ਗੱਲ ਸਤਿਗੁਰੂ ਜੀ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ, ਆਪਣੇ ਹੰਕਾਰ ਨੂੰ ਛੱਡ ਕੇ, ਹਉਮੈ ਨੂੰ ਤਿਆਗ ਕੇ ਆਪਣੇ ਅੰਦਰ ਬੈਠੇ ਉਸ ਪਰਮਾਤਮਾ ਨੂੰ ਸਮਝਣ ਦਾ ਯਤਨ ਕਰੀਏ, ਤਾਂ ਕਿ ਸਾਡੇ ਮਨ ਦੇ ਅੰਦਰ ਵੀ ਇੱਕ ਚਾਅ ਪੈਦਾ ਹੋ ਸਕੇ, ਆਨੰਦ ਆ ਸਕੇ। ਅਸੀਂ ਵੀ ਚਿੰਤਾਵਾਂ, ਫਿਕਰਾਂ, ਟੈਨਸ਼ਨਾਂ ਤੇ ਸਟ੍ਰੈਸ ਵਾਲੀ ਜ਼ਿੰਦਗੀ ਦੇ ਵਿੱਚੋਂ ਬਾਹਰ ਆ ਕਰਕੇ ਆਪਣੇ ਜੀਵਨ ਨੂੰ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ, ਆਨੰਦਮਈ ਤਰੀਕੇ ਦੇ ਨਾਲ ਬਤੀਤ ਕਰ ਸਕੀਏ, ਤਾਂ ਕਿ ਸਾਡਾ ਵੀ ਆਇਆ ਪ੍ਰਵਾਨ ਹੋ ਸਕੇ, ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।